सुनो सुनावा पाठ पढ़ावा, आओ बच्चों सुनो सुनावा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी हिंदी समाज के पढ़ लो सारी। चंगिया गल्लां गीत भी गावा, सुनो सुनावा पाठ पढ़ावा, सुनो सुनावा पाठ पढ़ावा। दुआबा रेडियो। दुआबा रेडियो सुन रहे सारे प्यारे विद्यार्थियों नूं मेरे यानी कि गगनदीप मैथ मास्टर सरकारी हाई स्कूल दोदड़ा जिला मानसा ਵੱਲੋਂ प्यार भरी सत श्री अकाल। आस करदा हाँ तुसीं अपने घरां विच सुरੱਖਿਅਤ होवोगे ਅਤੇ ਨਾਲ ਹੀ ਨਾਲ अपनी पढ़ाई भी कर रहे होवोगे। अज मैं तुहानू एक नवा अध्याय जो कि 10वीं क्लास विच त्रिकोणमिति बारे जान पहचान नू समझावांगा। त्रिकोणमिति नू समझण लई असीं पहलां पिछलियां जमातां विच त्रिभुजां विशेष रूप विच समकोण त्रिभुजां, किहड़ियां त्रिभुजां बेटा? समकोण त्रिभुजां बारे जो पढ़िया है उसनूं फेर तो समझांगे। तां जिवें कि मैं उपर पहलां ही बोलिया सी, किन्ना त्रिभुजां बारे पढ़ांगे? समकोण त्रिभुजां। की कोई ये दस सकता है कि समकोण त्रिभुज की हुंदी है? बिल्कुल, समकोण त्रिभुज दो शब्दां तो मिलके बनी हुई है। वो दो शब्द किहड़े किहड़े हन? सम अते कोण। सम तो भाव 90 डिग्री, कोण तो भाव कोण ਉਹ त्रिभुज जिस विच कोण किन्ने डिग्री ਦਾ ਹੁੰਦਾ है? 90 डिग्री ਦਾ। ਉਸ ਨੂੰ ਸਮਕੋਣ त्रिभुज ਕਿਹਾ ਜਾਂਦਾ है। उदाहरण ਦੇ तौर ਤੇ ਜੇਕਰ ਅਸੀਂ ਕਿਸੇ ਇਮਾਰਤ ਦੀ ਗੱਲ ਕਰਦੇ ਹਾਂ ਜਿਸ ਵਿੱਚ ਕੋਈ ਵਿਅਕਤੀ ਇਸ ਦੇ ਸਿਖਰ ਨੂੰ ਦੇਖ ਰਿਹਾ ਹੈ, ਭਾਵ कोई व्यक्ति दूर खड़ा जमीन तो इमारत के शिखर नूं देख रहा होवे तां असीं समकोण की कल्पना कर सकते हाँ, क्योंकि जिहड़ी इमारत है वो बिल्कुल सीधी खड़ी होवेगी तां उहदा जमीन दे नाल समकोण भाव 90 डिग्री का कोण बनेगा। इसी तरह जेकर कोई व्यक्ति बालकनी विच खड़ा नीचे सड़क ते खड़ी कार नूं देख रहा होवे तां भी असीं समकोण की कल्पना कर सकते हाँ। इस तरीके नाल तुसीं अपने होर भी बहुत सारियां उदाहरणां दिमाग विच लिया सकते हो। इस तो बाद असीं हुण समकोण दीयां त्रिभुजावां दे कुछ अनुपातां दा उसदे न्यून कोणां दे संबंध विच अध्ययन करांगे, जिस नूं त्रिकोणमिति अनुपात कहा जाता है। त्रिकोणमिति अनुपात नूं समझण लई असीं एक समकोणी त्रिभुज लैंदे हां जिस विच 90 डिग्री दे सामने वाली भुजा नूं की कहा जाता है? करण। जिथे 90 डिग्री का कोण बनता है उसदे जिहड़ी सामने भुजा हुंदी है उसनूं करण कहा जाता है।
ਅਤੇ ਉਸ ਤੋਂ ਬਾਅਦ ਅਸੀਂ ਇੱਕ ਕੋਣ ਲਵਾਂਗੇ ਜਿਸ ਨੂੰ ਥੀਟਾ ਦਾ ਨਾਂ ਦਿੱਤਾ ਜਾਵੇਗਾ। ਤਾਂ ਜਿਹੜਾ ਕੋਣ ਆਪਾਂ ਥੀਟਾ ਲਿੱਤਾ ਹੈ ਉਸ ਦੇ ਸਾਹਮਣੇ ਵਾਲੀ ਭੁਜਾ ਨੂੰ ਅਸੀਂ ਲੰਬ ਕਹਿੰਦੇ ਹਾਂ ਅਤੇ ਇੱਕ ਆਪਣੇ ਕੋਲ ਬਚ ਗਿਆ ਆਧਾਰ। ਆਧਾਰ ਜਿਵੇਂ ਕਿ ਸ਼ਬਦ ਤੋਂ ਹੀ ਪਤਾ ਚੱਲਦਾ ਹੈ, ਇਹ ਕੀ ਹੈ? ਆਧਾਰ ਭਾਵ ਜਿਹਦੇ ਉੱਤੇ ਥੀਟਾ ਕੋਣ ਅਤੇ ਸਮਕੋਣ ਬਣਦੇ ਹਨ ਉਸ ਨੂੰ ਆਧਾਰ ਕਿਹਾ ਜਾਂਦਾ ਹੈ। ਉਮੀਦ ਹੈ ਤੁਹਾਨੂੰ ਇੱਥੋਂ ਤੱਕ ਸਮਝ ਆ ਗਿਆ ਹੋਵੇਗਾ। ਸਮਕੋਣੀ ਤ੍ਰਿਭੁਜ ਜਿਸ ਵਿੱਚ ਸਮਕੋਣ ਹੁੰਦਾ ਹੈ, ਸਮਕੋਣ ਦੇ ਸਾਹਮਣੇ ਵਾਲੀ ਭੁਜਾ ਕਰਨ, ਥੀਟਾ ਦੇ ਸਾਹਮਣੇ ਵਾਲੀ ਭੁਜਾ ਲੰਬ ਅਤੇ ਜਿਸ ਉੱਪਰ ਇਹ ਦੋਨੋਂ ਕੋਣ ਬਣੇ ਹੁੰਦੇ ਹਨ ਉਸ ਨੂੰ ਆਧਾਰ ਕਿਹਾ ਜਾਂਦਾ ਹੈ। ਕੋਣਾਂ ਨਾਲ ਭੁਜਾਵਾਂ ਨੂੰ ਸਮਝਾਂਗੇ। ਹੁਣ ਕੋਣਾਂ ਨਾਲ ਭੁਜਾਵਾਂ ਨੂੰ ਸਮਝਾਂਗੇ। ਇਸ ਨੂੰ ਸਮਝਣ ਲਈ ਤੁਹਾਨੂੰ ਇੱਕ ਸੌਖਾ ਤਰੀਕਾ ਯਾਦ ਕਰਨ ਲਈ ਕਿਹਾ ਜਾ ਰਿਹਾ ਹੈ, ਉਹ ਹੈ ਲੱਕੀ ਅੱਕ ਲਿਆ। ਲੱਕੀ ਅੱਕ ਲਿਆ। ਇਹਦੀ ਲੋੜ ਕਿਵੇਂ ਪਵੇਗੀ ਉਸ ਬਾਰੇ ਦੇਖੋ। ਆਪਣੇ ਕੋਲ ਸਭ ਤੋਂ ਪਹਿਲਾਂ ਆਉਂਦਾ ਹੈ ਸਾਈਨ, SINE, ਸਾਈਨ, ਜਿਹਨੂੰ ਅਸੀਂ ਸ਼ਾਰਟਕਟ ਵਿੱਚ SIN, ਸਾਈਨ ਵੀ ਲਿਖਦੇ ਹਾਂ। ਤਾਂ ਸਾਈਨ ਥੀਟਾ ਜਿਹੜਾ ਆਪਾਂ ਕੋਣ ਮੰਨਿਆ ਸੀ, ਕੀ ਮੰਨਿਆ ਸੀ? ਥੀਟਾ। ਤਾਂ ਸਾਈਨ ਥੀਟਾ ਦਾ ਮੁੱਲ ਕੀ ਹੁੰਦਾ ਹੈ? ਲੰਬ ਬਟੇ ਕਰਨ, ਭਾਵ ਲੰਬ ਅਤੇ ਕਰਨ ਦੇ ਅਨੁਪਾਤ ਨੂੰ ਸਾਈਨ ਥੀਟਾ ਦੇ ਨਾਲ ਮੁੱਲ ਪਤਾ ਕੀਤਾ ਜਾ ਸਕਦਾ ਹੈ। ਤਾਂ ਜਿਹੜਾ ਉੱਪਰ ਦੱਸਿਆ ਸੀ ਆਪਾਂ, ਲੱਕੀ ਕ ਲੰਬ ਤੇ ਕਰਨ, ਤਾਂ ਸਾਈਨ ਥੀਟਾ ਬਰਾਬਰ ਹੈ ਲੰਬ ਬਟੇ ਕਰਨ। ਇਸ ਤੋਂ ਬਾਅਦ ਕੋਸਾਈਨ, ਜਿਸ ਨੂੰ ਅਸੀਂ ਕੋਸ ਵੀ ਬੋਲਦੇ ਹਾਂ, COSINE, ਕੋਸਾਈਨ ਜਾਂ COS ਥੀਟਾ, ਕੋਸ ਥੀਟਾ। ਇਹ ਹੁੰਦਾ ਹੈ ਆਧਾਰ ਬਟੇ ਕਰਨ। ਜਿਵੇਂ ਕਿ ਉੱਪਰ ਦੱਸਿਆ ਸੀ ਲੱਕੀ, ਲੱਕੀ ਤੋਂ ਬਾਅਦ ਕੀ ਦੱਸਿਆ ਸੀ? ਅੱਕ, ਆੜਾ ਕੱਕਾ, ਆਧਾਰ ਕਰਨ। ਤਾਂ ਕੋਸ ਥੀਟਾ ਬਰਾਬਰ ਹੈ ਆਧਾਰ ਬਟੇ ਕਰਨ। ਇਸ ਤੋਂ ਅੱਗੇ ਆਉਂਦਾ ਹੈ ਟੈਂਜੈਂਟ ਥੀਟਾ, TANGENT, ਟੈਂਜੈਂਟ ਥੀਟਾ, ਜਿਸ ਨੂੰ ਅਸੀਂ ਸ਼ਾਰਟਕਟ ਵਿੱਚ ਟੈਨ ਥੀਟਾ ਵੀ ਬੋਲਦੇ ਹਾਂ। ਇਸ ਦਾ ਮੁੱਲ ਹੁੰਦਾ ਹੈ ਲੰਬ ਬਟੇ ਆਧਾਰ। ਤੀਜਾ ਕੀ ਰਹਿ ਗਿਆ ਸੀ ਆਪਣੇ ਕੋਲੇ? ਲੱਕੀ ਅੱਕ ਲਿਆ। ਲਿਆ ਦੇ ਵਿੱਚ ਲ ਤੇ ਅ, ਲੰਬ ਤੇ ਆਧਾਰ। ਤਾਂ ਫਿਰ ਸਾਈਨ ਥੀਟਾ ਲੰਬ ਬਟੇ ਕਰਨ, ਕੋਸ ਥੀਟਾ ਆਧਾਰ ਬਟੇ ਕਰਨ, ਟੈਂਜੈਂਟ ਥੀਟਾ ਕਰਨ ਲੰਬ ਬਟੇ ਆਧਾਰ। ਇੱਕ ਗੱਲ ਹੋਰ ਯਾਦ ਰੱਖਣੀ ਹੈ ਬੇਟਾ ਇੱਥੇ, ਟੈਂਜੈਂਟ ਥੀਟਾ ਜਾਂ ਟੈਨ ਥੀਟਾ ਨੂੰ ਅਸੀਂ ਸਾਈਨ ਬਟੇ ਕੋਸ ਥੀਟਾ ਦੇ ਰੂਪ ਵਿੱਚ ਵੀ ਦਰਸਾ ਸਕਦੇ ਹਾਂ। ਯਾਨੀ ਕਿ ਟੈਂਜੈਂਟ ਥੀਟਾ ਬਰਾਬਰ ਹੈ ਸਾਈਨ ਥੀਟਾ ਬਟੇ ਕੋਸ ਥੀਟਾ। ਇਹਨੂੰ ਤੁਸੀਂ ਇਸੇ ਹੀ ਸਮਿਟਰੀ ਵਿੱਚ ਯਾਦ ਕਰਨਾ ਹੈ, ਸਾਈਨ ਕੋਸ ਟੈਨ। ਇਸ ਤੋਂ ਅੱਗੇ ਕੋਸਿਕੈਂਟ ਥੀਟਾ, ਕੋਸਿਕੈਂਟ ਨੂੰ ਅਸੀਂ COSEC, ਸ਼ਾਰਟਕਟ ਵਿੱਚ COSEC ਥੀਟਾ ਲਿਖਦੇ ਹਾਂ, ਜੋ ਕਿ ਸਾਈਨ ਦਾ ਉਲਟ ਹੁੰਦਾ ਹੈ। ਭਾਵ ਕੋਸਿਕੈਂਟ ਥੀਟਾ ਬਰਾਬਰ ਹੈ 1 ਬਟੇ ਸਾਈਨ ਥੀਟਾ। ਤਾਂ ਪਹਿਲਾਂ ਸਾਈਨ ਥੀਟਾ ਦਾ ਮੁੱਲ ਕੀ ਸੀਗਾ? ਲੰਬ ਬਟੇ ਕਰਨ। ਤਾਂ ਇਹਦਾ ਮੁੱਲ ਕੀ ਹੋ ਗਿਆ? ਉਲਟਾ ਕੇ ਲਿਖ ਦਾਂਗੇ, ਕਰਨ ਬਟੇ ਲੰਬ। ਨੈਕਸਟ ਸੀਕੈਂਟ ਥੀਟਾ, ਜਿਸ ਨੂੰ ਸ਼ਾਰਟਕਟ ਵਿੱਚ SEC, ਸੀਕੈਂਟ ਥੀਟਾ ਬੋਲ ਸਕਦੇ ਹਾਂ। ਇਹ ਕਿਸ ਦਾ ਉਲਟ ਹੁੰਦਾ ਹੈ? ਕੋਸ ਥੀਟਾ ਦਾ।
ਸੀਕੈਂਟ ਥੀਟਾ ਕਿਸ ਦਾ ਉਲਟ ਹੈ? ਕੋਸ ਥੀਟਾ ਦਾ। ਤਾਂ ਕੋਸ ਥੀਟਾ ਦਾ ਮੁੱਲ ਕੀ ਸੀਗਾ? ਆਧਾਰ ਬਟੇ ਕਰਨ। ਤਾਂ ਸੀਕੈਂਟ ਥੀਟਾ ਕੀ ਹੋ ਗਿਆ? ਕੋਸ ਦਾ ਉਲਟ ਕਰਨ ਬਟੇ ਆਧਾਰ। ਤੇ ਲਾਸਟ ਵਿੱਚ ਆਉਂਦਾ ਹੈ ਸਾਡੇ ਕੋਲ ਕੋਟੈਂਜੈਂਟ ਥੀਟਾ, ਜਿਸ ਨੂੰ ਸ਼ਾਰਟਕਟ ਵਿੱਚ ਕੋਟ ਥੀਟਾ COT ਕੋਟ ਥੀਟਾ ਬੋਲਦੇ ਹਾਂ। ਇਹ ਕਿਹਦਾ ਉਲਟ ਹੈ? ਟੈਨ ਥੀਟਾ ਦਾ। ਟੈਨ ਥੀਟਾ ਭਾਵ ਕੀ ਸੀਗਾ? ਟੈਨ ਥੀਟਾ ਲੰਬ ਬਟੇ ਆਧਾਰ। ਇਹ ਕੀ ਹੋ ਗਿਆ ਫਿਰ ਆਪਣੇ ਕੋਲ ਬੇਟਾ? ਉਹਦਾ ਉਲਟ ਆਧਾਰ ਬਟੇ ਲੰਬ। ਤੇ ਨਾਲ ਹੀ ਨਾਲ ਆਪਾਂ ਤੁਹਾਨੂੰ ਦੱਸਿਆ ਸੀ ਸਾਈਨ ਨੂੰ ਆਪਾਂ ਟੈਂਜੈਂਟ ਨੂੰ ਆਪਾਂ ਕਿਸ ਤਰੀਕੇ ਨਾਲ ਲਿਖਿਆ ਸੀ? ਸਾਈਨ ਬਟੇ ਕੋਸ। ਤਾਂ ਇਹ ਕੋਟ ਥੀਟਾ ਕੀ ਹੋ ਗਿਆ? ਕੋਸ ਬਟੇ ਸਾਈਨ। ਠੀਕ ਹੈ ਬੇਟਾ, ਸਮਝ ਆ ਗਿਆ? ਤਾਂ ਫਿਰ ਕੋਟ ਥੀਟਾ ਬਰਾਬਰ ਹੈ 1 ਬਟੇ ਟੈਨ ਥੀਟਾ। ਟੈਨ ਥੀਟਾ ਦਾ ਮੁੱਲ ਸੀ ਲੰਬ ਬਟੇ ਆਧਾਰ, ਇਹਦਾ ਮੁੱਲ ਕੀ ਹੋ ਗਿਆ? ਆਧਾਰ ਬਟੇ ਲੰਬ। ਤਾਂ ਇਹ ਆਪਣੇ ਕੋਲ 6 ਤਿਕੋਣਮਿਤੀ ਅਨੁਪਾਤ ਨੇ। ਕਿਹੜੇ ਕਿਹੜੇ? ਸਾਈਨ ਥੀਟਾ, ਕੋਸ ਥੀਟਾ, ਟੈਨ ਥੀਟਾ। ਉਸ ਤੋਂ ਬਾਅਦ ਇਹਨਾਂ ਦੇ ਉਲਟ ਕੋਸਿਕੈਂਟ ਥੀਟਾ, ਸੀਕੈਂਟ ਥੀਟਾ, ਕੋਟ ਥੀਟਾ। ਤੇ ਇਹਨਾਂ ਦੇ ਮੁੱਲ ਇੱਕ ਵਾਰ ਦੁਹਰਾਈ ਕਰ ਲੈਂਦੇ ਹਾਂ। ਇਹਨਾਂ ਦੇ ਮੁੱਲ ਕੱਢਣ ਲਈ ਲੱਕੀ ਅੱਕ ਲਿਆ ਦਾ ਫਾਰਮੂਲਾ ਯਾਦ ਰੱਖ ਲਓ। ਤਾਂ ਸਾਈਨ ਥੀਟਾ ਲੱਕੀ ਤੋਂ ਬਣ ਗਿਆ ਲੰਬ ਬਟੇ ਕਰਨ। ਕੋਸ ਥੀਟਾ ਅੱਕ ਤੋਂ ਬਣ ਗਿਆ ਆਧਾਰ ਬਟੇ ਕਰਨ। ਟੈਨ ਥੀਟਾ ਲਿਆ ਤੋਂ ਬਣ ਗਿਆ ਲੰਬ ਬਟੇ ਆਧਾਰ। ਅਤੇ ਨਾਲ ਹੀ ਨਾਲ ਜਿਹੜੇ 3 ਅਨੁਪਾਤ ਰਹਿ ਗਏ ਉਹ ਇਹਨਾਂ ਦੇ ਉਲਟ ਹੋ ਗਏ। ਕੋਸਿਕੈਂਟ ਥੀਟਾ ਸਾਈਨ ਦਾ ਉਲਟ ਭਾਵ ਕਰਨ ਬਟੇ ਲੰਬ। ਸੀਕੈਂਟ ਥੀਟਾ ਕੋਸ ਦਾ ਉਲਟ ਭਾਵ ਕਰਨ ਬਟੇ ਆਧਾਰ। ਤੇ ਲਾਸਟ ਵਿੱਚ ਕੋਟ ਥੀਟਾ ਟੈਨ ਦਾ ਉਲਟ ਭਾਵ ਆਧਾਰ ਬਟੇ ਲੰਬ। ਇਸ ਤਰੀਕੇ ਨਾਲ ਤੁਸੀਂ ਇਹ 6 ਦੇ ਨਾਲ ਫਾਰਮੂਲੇ ਜਿਹੜੇ ਬਣੇ ਨੇ ਆਪਣੇ ਕੋਲ ਤਿਕੋਣਮਿਤੀ ਅਨੁਪਾਤ ਦੇ, ਤੁਸੀਂ ਆਪਣਾ ਅਧਿਆਏ ਦੇ ਕੁਝ ਸਵਾਲ ਵੀ ਹੱਲ ਕਰ ਸਕੋਗੇ। ਤੇ ਨਾਲ ਹੀ ਨਾਲ ਜਿਹੜੀ ਵੀ ਕੋਈ ਇਸ ਤਰੀਕੇ ਦੀ ਉਦਾਹਰਨ ਹੋਵੇਗੀ ਉਸ ਨੂੰ ਵੀ ਤੁਸੀਂ ਜ਼ਰੂਰ ਪੜ੍ਹ ਲੈਣਾ ਹੈ। ਤੇ ਇੱਕ ਗੱਲ ਹੋਰ ਯਾਦ ਰੱਖਣੀ ਹੈ ਬੇਟਾ, ਸਾਈਨ ਦਾ ਸਭ ਤੋਂ ਪਹਿਲਾ ਪ੍ਰਯੋਗ ਗਣਿਤ ਦੇ ਵਿਦਵਾਨ ਆਰਿਆਭੱਟ ਦੁਆਰਾ 500ਵੀਂ ਸਦੀ ਵਿੱਚ ਆਰਿਆਭੱਟਮ ਵਿੱਚ ਵੀ ਕੀਤਾ ਮਿਲਦਾ ਹੈ। ਆਰਿਆਭੱਟਮ ਇਹ ਬੁੱਕ ਦਾ ਨਾਮ ਹੈ, ਉਹਦੇ ਵਿੱਚ ਵੀ ਕੀਤਾ ਮਿਲਦਾ ਹੈ। ਤਾਂ ਆਸ ਕਰਦਾ ਹਾਂ ਤੁਸੀਂ ਸਾਰਿਆਂ ਨੇ ਇਹ ਲੈਕਚਰ ਬੜੇ ਹੀ ਧਿਆਨਪੂਰਵਕ ਸੁਣਿਆ ਹੋਵੇਗਾ ਅਤੇ ਨਾਲ ਹੀ ਨਾਲ ਤੁਸੀਂ ਆਪਣਾ ਇਸ ਦਾ ਅਧਿਆਏ ਦੀਆਂ ਉਦਾਹਰਨਾਂ ਅਤੇ ਅਭਿਆਸ ਨੂੰ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਅਤੇ ਧੰਨਵਾਦ ਕਰਦੇ ਹਾਂ ਦੁਆਬਾ ਰੇਡੀਓ ਦਾ, ਜਿਸ ਦੇ ਮਾਧਿਅਮ ਰਾਹੀਂ ਅਸੀਂ ਅਤੇ ਵਿਦਿਆਰਥੀ ਆਪਸ ਵਿੱਚ ਜੁੜੇ ਹੋਏ ਹਾਂ। ਧੰਨਵਾਦ। ਦੁਆਬਾ ਰੇਡੀਓ।